और अथाह अगनत अतोलै, ज्यों बल्लावो त्यों नानक दास बोलै। जुगो जुग अटल चवर छतर तखत दे मालक, कलजो के जहाज बाणी के बोही थलत पलत के रखे। शब्द गुरु जगत गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਓ ਭਗਤ ਕਰ ਗੁਰਪੁਰਬ ਕਰੰਦੇ। ਜਿਹੜੇ ਗੁਰੂ ਸਾਹਿਬਾਨ ਦੇ ਗੁਰਪੁਰਬ ਸ਼ਰਧਾ ਕਰਕੇ ਭਾਵਨਾ ਕਰਕੇ ਮਨਾਉਂਦੇ ਹਨ, ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਹਾਂ। ਇਸ ਹਫ਼ਤੇ ਦੇ ਅੰਦਰ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ ਅਤੇ ਕੱਲ੍ਹ ਦੇ ਦਿਹਾੜੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਦਿਹਾੜਾ ਸੀ। ਬਾਬਾ ਬੁੱਢਾ ਜੀ ਇਉਂ ਹਨ, ਵੈਸੇ ਤਾਂ ਜਦੋਂ ਬਾਬਾ ਬੁੱਢਾ ਜੀ ਦਾ ਜ਼ਿਕਰ ਆਉਂਦਾ ਨਾ, ਤੇ ਸਾਡੇ ਮਨ ਹੀ ਮਨ ਅੰਦਰ ਇੱਕ ਤਸਵੀਰ ਬਣਦੀ ਹੈ, ਕਿਉਂਕਿ ਸਾਨੂੰ ਦੱਸਿਆ ਜਾਂਦਾ ਕਿ 125 ਸਾਲ ਉਮਰ ਹੋਈ। ਅਸੀਂ ਐਸੀ ਤਸਵੀਰ ਬਣਾਉਂਦੇ ਹਾਂ ਕਿ ਇੱਕ ਬੜਾ ਬਿਰਧ ਬਾਬਾ ਹੋਏਗਾ, ਹੱਥ ਵਿੱਚ ਖੂੰਡਾ ਜਾਂ ਡਾਂਗ ਫੜੀ ਹੋਵੇਗੀ, ਕਮਰ ਲੱਕ ਝੁਕਿਆ ਹੋਇਆ ਹੋਵੇਗਾ ਤੇ ਆਸਤੇ ਆਸਤੇ ਉਹ ਚੱਲਦਾ ਹੋਏਗਾ। ਜਦੋਂ ਕਲਗੀਧਰ ਪਾਤਸ਼ਾਹ ਦਾ ਨਾਮ ਆਉਂਦਾ, ਆਮ ਇੱਕ ਅੰਦਰ ਤਸਵੀਰ ਇਸ ਤਰ੍ਹਾਂ ਬਣਦੀ ਹੈ ਕਿ ਘੋੜੇ 'ਤੇ ਚੜ੍ਹੇ ਹਨ, ਨੰਗੀ ਸ਼ਮਸ਼ੀਰ ਹੱਥ ਵਿੱਚ ਹੈ, ਜਿੱਧਰ ਨੂੰ ਜਾਂਦੇ ਆਹੂ ਲਾਈ ਜਾਂਦੇ ਹਨ। ਪਰ ਗੁਰਮੁਖੋ ਐਸਾ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਵਰਗਾ ਦਿਆਲੂ ਕੋਈ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਵਰਗਾ ਬਖਸ਼ਣਹਾਰ ਕੋਈ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਬਾਰੇ ਕਵੀ ਆਨੰਦ ਲਾਲ ਜੀ ਲਿਖਦੇ ਹਨ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਬਾਦਸ਼ਾਹ ਅਤੇ ਦਰਵੇਸ਼ 'ਚ ਕੀ ਫਰਕ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ। ਬਾਦਸ਼ਾਹ ਉਹ ਹੈ ਜਿਹੜਾ ਹੰਕਾਰ ਦੇ ਆਸਰੇ ਜਿੰਦਾ ਹੈ। ਬਾਦਸ਼ਾਹ ਉਹ ਹੈ ਜਿਹੜਾ ਲੋਕਾਂ ਦੀ ਮਰਜ਼ੀ ਨਾਲ ਬਣਦਾ ਹੈ ਜਾਂ ਫਿਰ ਤਲਵਾਰ ਦੀ ਤਾਕਤ ਨਾਲ ਬਣਿਆ ਕਰਦਾ ਸੀ। ਦਰਵੇਸ਼ ਉਹ ਹੈ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਅਕਾਲ ਪੁਰਖ ਨੂੰ ਮਨਜ਼ੂਰ ਹੋਏ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਭਾਵ ਕਿ ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਦੇ ਪਰਥਾਏ ਆਖਦੇ ਹਨ ਕਿ ਉਹਨੂੰ ਦਰਵੇਸ਼ ਆਖਿਆ ਜਾਂਦਾ ਜਿਹਦਾ ਸਾਰਾ ਕੁਝ ਚਲਿਆ ਜਾਵੇ, ਨਾ ਬਾਜੋ ਨਾ ਤਾਜੋ ਨਾ ਤਖਤੋ, ਨਾ ਤਖਤ ਹੈ ਨਾ ਬਾਜ ਹੈ ਨਾ ਤਾਜ ਹੈ ਨਾ ਘੋੜਾ ਹੈ ਨਾ ਜੋੜਾ ਹੈ, ਫਿਰ ਵੀ ਜਿਹੜਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹਮੇਸ਼ਾ ਜੁੜੀ ਰਵੇ ਆਤਮਾ, ਉਹਨੂੰ ਦਰਵੇਸ਼ ਆਖਿਆ ਜਾਂਦਾ ਹੈ। ਬਾਦਸ਼ਾਹ ਅਤੇ ਦਰਵੇਸ਼ ਦੀ ਕਥਾ ਅਸੀਂ ਕੀਤੀ, YouTube 'ਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਅੱਜ ਦਾ ਮੇਰਾ ਵਿਸ਼ਾ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜੀਵਨ। ਆਪਾਂ 2 ਹਫ਼ਤੇ ਪਹਿਲਾਂ ਪਹਿਲਾ ਭਾਗ ਵਿਚਾਰਿਆ ਸੀ। ਅੱਜ ਦੂਸਰੇ ਭਾਗ ਦੇ ਵਿੱਚ ਬਾਬਾ ਬੁੱਢਾ ਜੀ ਦੇ ਜੀਵਨ ਦੀਆਂ ਮਨੁੱਖੀ ਜਾਮੇ ਦੀਆਂ ਅੰਤਲੀਆਂ ਘੜੀਆਂ ਦੀ ਆਪਾਂ ਵਿਚਾਰ ਕਰਾਂਗੇ। ਸਾਨੂੰ ਸਾਰੇ ਸਵਾਲਾਂ ਦੇ ਜਵਾਬ ਇਤਿਹਾਸ ਵਿੱਚੋਂ ਮਿਲ ਜਾਣਗੇ। ਅੱਜ ਕਿਸੇ ਦੇ ਘਰ ਕੋਈ ਮੌਤ ਹੋ ਜਾਵੇ ਨਾ, ਭਾਵੇਂ ਜਵਾਨ ਮੌਤ ਹੋਵੇ, ਤਾਂ ਜੇ ਕੋਈ ਰੋਵੇ ਤਾਂ ਸਾਡੇ ਕੱਟੜਵਾਦੀ ਕੋ ਗੁਰਸਿੱਖ ਕਈ ਵਾਰ ਕਹਿ ਦਿੰਦੇ ਆ ਇਹ ਰੋਣਾ ਗੁਰਮਤ ਦੇ ਉਲਟ ਹੈ, ਰੋਣਾ ਨਹੀਂ ਚਾਹੀਦਾ। ਦੇਖਿਓ ਗੁਰਮੁਖ ਪਿਆਰਿਓ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਦੋਂ ਸੰਸਾਰ ਤੋਂ ਕੂਚ ਕਰਦੇ ਹਨ ਤੇ ਕਿਹਦੇ ਕਿਹਦੇ ਨੇਤਰ ਇੱਥੇ ਸੇਜਲ ਹੋਏ। ਸਾਨੂੰ ਇਤਿਹਾਸ ਵਿੱਚੋਂ ਪਤਾ ਲੱਗਦਾ ਰੋਣਾ ਮਨਾ ਨਹੀਂ ਹੈ, ਧਾਹਾਂ ਮਾਰਨੀਆਂ ਵਿਰਲਾਪ ਕਰਨਾ ਉਹ ਮਨਾ ਹੈ ਗੁਰਮਤਿ ਦੇ ਅੰਦਰ। ਐਸਾ ਹੋ ਸਕਦਾ
कि जन्म देण वाली माँ ਜਾਂ ਬਾਪ ਜਦੋਂ ਇਸ ਸੰਸਾਰ ਤੋਂ ਜਾਣ ਤੇ ਬੱਚੇ ਦੇ ਨੇਤਰ ਨਮਨ ਨਾ ਹੋਣ, ਐਸਾ ਬੜਾ ਔਖਾ ਕੰਮ ਹੈ। ਗੁਰਮੁਖੋ, ਕਹਿਣ ਨੂੰ ਜੋ ਮਰਜ਼ੀ ਕਹਿ ਦਈਏ, ਜਦੋਂ ਮਾਤਾ ਪਿਤਾ ਜਾਂ ਹੋਰ ਕੋਈ ਸੰਸਾਰੀ ਰਿਸ਼ਤਾ, ਭਾਵੇਂ ਬਿਰਧ ਬਾਪੂ ਸੰਸਾਰ ਤੋਂ ਕੂਚ ਕਰੇ ਨਾ, ਸਾਡਾ ਮੋਹ ਹੁੰਦਾ ਤਾਂ ਵੀ ਨੇਤਰਾਂ ਦੇ ਅੰਦਰੋਂ ਜਲ ਛਲਕ ਜਾਂਦਾ ਹੈ। ਸ਼ਮਸ਼ਾਨ ਘਾਟ ਵਿੱਚ ਜਾ ਕੇ ਤੇ ਵੈਸੇ ਹੀ ਭਾਵੇਂ ਕਿਸੇ ਦੀ ਮੌਤ ਹੋਈ ਹੋਵੇ, ਉੱਥੇ ਹਰ ਪ੍ਰਾਣੀ ਦੀਆਂ ਅੱਖਾਂ ਨਮ ਹੁੰਦੀਆਂ। ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹਨਾਂ ਨੂੰ ਉਸ ਮੌਤ ਦਾ ਦੁੱਖ ਹੈ। ਕੁਛ ਇਹੋ ਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉੱਥੇ ਆਪਣੇ ਯਾਦ ਆ ਜਾਂਦੇ, ਜਿਹੜੇ ਸੰਸਾਰ ਤੋਂ ਕੂਚ ਕਰ ਚੁੱਕੇ, ਵਿਛੋੜਾ ਦੇ ਚੁੱਕੇ ਹੈ। ਉਹਨਾਂ ਦੀ ਯਾਦ ਵਿੱਚ ਵੀ ਅੱਖਾਂ 'ਚੋਂ ਜਲ ਵਹਿ ਤੁਰਦਾ। ਕਈ ਐਸੇ ਹਨ ਜਿਹੜੀਆਂ ਜੁੜੀਆਂ ਰੂਹਾਂ, ਜਿਨ੍ਹਾਂ ਨੂੰ ਆਪਣਾ ਵੀ ਯਾਦ ਆ ਜਾਂਦਾ ਕਿ ਅੱਜ ਇਹਦੀ ਚਿਖਾ ਬਲੀ, ਕੱਲ ਮੇਰੀ ਵੀ ਬਲਣੀ, ਕੱਲ ਮੈਂ ਵੀ ਸੰਸਾਰ ਤੋਂ ਕੂਚ ਕਰਨਾ ਹੈ। ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਇਤਿਹਾਸ ਨਾਲ ਜੁੜਨਾ ਕਰੀਏ, ਮਨ ਬਿਰਤੀਆਂ ਜੋੜੀਏ, ਕਲਗੀਧਰ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸੰਗਤਾਂ ਕੋਲੋਂ ਮਾਫੀ ਚਾਹਾਂਗਾ ਕਿ ਥੋੜ੍ਹਾ ਜਿਹਾ ਅੱਜ ਸਟੇਜ 'ਤੇ ਪਹੁੰਚਣ 'ਚ ਲੇਟ ਹੋ ਗਏ, ਕਿਉਂਕਿ ਵੈਸੇ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਸਟੇਜ 'ਤੇ ਟਾਈਮ ਆਰੰਭ ਹੋਣ ਤੋਂ 20 ਮਿੰਟ ਪਹਿਲਾਂ ਗੁਰੂ ਦਰਬਾਰ 'ਚ ਆ ਕੇ ਬੈਠਾ ਜਾਵੇ ਅਤੇ ਗੁਰੂ ਅੱਗੇ ਅੰਦਰੋਂ ਇਹ ਬੇਨਤੀਆਂ ਕੀਤੀਆਂ ਜਾਣ, ਦਾਤਾ ਜੀ ਤੁਸੀਂ ਧੰਨ ਹੋ ਜਿਨ੍ਹਾਂ ਨੇ ਰਹਿਮਤ ਕੀਤੀ, ਮੇਰੇ ਵਰਗੇ ਨਿਮਾਣਿਆਂ ਨੂੰ ਆਪਣੇ ਚਰਨਾਂ 'ਚ ਬੈਠਣ ਨੂੰ ਬੁਲਾਇਆ। ਦਾਤਾ ਜੀ, ਇੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਤੁਹਾਡੇ ਚਰਨ ਸੇਵਕ ਬੈਠਦੇ ਹੁੰਦੇ ਸੀ। ਅੱਜ ਤੁਸੀਂ ਸਾਨੂੰ ਨਿਮਾਣਿਆਂ ਨੂੰ ਵੀ ਇਹ ਮਾਣ ਦਿੱਤਾ। ਪਹਿਲਾਂ ਇਸ ਜਗ੍ਹਾ ਬੈਠਣ ਵਾਸਤੇ ਅੰਦਰੋਂ ਤਿਆਰ ਹੋਈਏ, ਗੁਰੂ ਅੱਗੇ ਤਰਲਾ ਪਾਈਏ, ਸਤਿਗੁਰੂ ਮਹਾਰਾਜ ਕਿਰਪਾ ਕਰਿਓ। ਪਰ ਪਲਟਨ ਦੇ ਅੱਜ ਐਸੇ ਪ੍ਰੋਗਰਾਮ ਸਨ, ਇਸ ਕਰਕੇ ਥੋੜ੍ਹਾ ਜਿਹਾ ਲੇਟ ਹੋ ਗਏ। ਸੰਗਤ ਗੁਰੂ ਦਾ ਰੂਪ ਹੈ, ਬਖਸ਼ਣਯੋਗ ਹੈ। ਸੋ ਗੁਰਮੁਖ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖਤ 'ਤੇ ਬਹਿੰਦੇ ਹਨ, ਪਿਛਲੇ ਹਫ਼ਤੇ ਆਪਾਂ ਜ਼ਿਕਰ ਕੀਤਾ ਸੀ, ਇੱਕ ਵੀ ਹਫ਼ਤਾ ਛੱਡ ਕੇ ਪਿਛਲੇ, ਉਸ ਤੋਂ ਪਿਛਲੇ, ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਜੀ ਜਾਂਦੇ ਹਨ। ਬਾਬਾ ਜੀ ਫਿਰ ਕਹਿ ਦਿੰਦੇ, ਗੁਰੂ ਅਰਜਨ ਦੇਵ ਪਾਤਸ਼ਾਹ ਸੂਰਜ ਦੀ ਨਿਆਈ, ਉਹਨਾਂ ਕੋਲ ਪੁੱਤਰ ਦੀ ਦਾਤ ਮੰਗੋ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੱਸਦੇ ਹਨ, ਤੁਸੀਂ ਇਸ ਤਰ੍ਹਾਂ ਜਾਣਾ ਸੀ। ਫਿਰ ਮਰਜ਼ਾਦਾ ਦੇ ਤਹਿਤ ਜਾਂਦੇ ਹਨ, ਫਿਰ ਪੁੱਤਰ ਦਾ ਵਰ ਪ੍ਰਾਪਤ ਹੁੰਦਾ ਹੈ। ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਦੋਂ ਜਾਂਦੇ ਹਨ ਮਹਿਲਾਂ ਦੇ ਵਿੱਚ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੇ ਲਾਡਲੇ ਪੁੱਤਰ ਨੂੰ ਚੁੱਕ ਕੇ ਬਾਬਾ ਬੁੱਢਾ ਜੀ ਦੀ ਗੋਦ ਵਿੱਚ ਪਾ ਦਿੰਦੇ ਹਨ ਤੇ ਆਖਦੇ ਹਨ, ਬਾਬਾ ਜੀ ਤੁਹਾਡੀਆਂ ਅਰਦਾਸਾਂ ਸਦਕਾ ਇਹ ਬਾਲਕ ਸਾਡੇ ਗ੍ਰਹਿ ਵਿਖੇ ਆਇਆ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ। ਤੁਸੀਂ ਇਸ ਬਾਲਕ ਦਾ ਨਾਮ ਰੱਖੋ। ਤੇ ਬਾਬਾ ਬੁੱਢਾ ਜੀ ਨੇ ਕਹਿ ਦਿੱਤਾ, ਇਹ ਤੇ ਮੇਰਾ ਹਰਗੋਬਿੰਦ ਹੈ, ਤੇ ਨਾਮ ਰੱਖਿਆ ਹਰਗੋਬਿੰਦ। ਤੇ ਜਦੋਂ ਹਰਗੋਬਿੰਦ ਜੀ ਛੋਟੇ ਸਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਂਗਲੀ ਪਕੜੀ ਤੇ ਲਿਆ ਕੇ ਬਾਬਾ ਬੁੱਢਾ ਜੀ ਦੇ ਕੋਲ ਕਿਹਾ, ਬਾਬਾ ਜੀ ਨੂੰ ਮੱਥਾ ਟੇਕੋ। ਮੱਥਾ ਟੇਕਿਆ ਬਾਬਾ ਜੀ ਨੂੰ। ਫਿਰ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਦੀ ਗੋਦੀ 'ਚ ਬਿਠਾ ਕੇ ਉਂਗਲੀ ਪਕੜਾ ਕੇ ਬਾਬਾ ਬੁੱਢਾ ਜੀ ਦੀ, ਤੇ ਕਹਿਣ ਲੱਗੇ, ਬਾਬਾ ਜੀ ਇਹਨਾਂ ਨੂੰ ਤੁਸੀਂ ਸ਼ਸਤਰ ਤੇ ਸ਼ਾਸਤਰ ਵਿਦਿਆ ਸਿਖਾਉਣੀ ਹੈ, ਤੁਸੀਂ ਇਹਨਾਂ ਨੂੰ ਸਾਰੀਆਂ ਵਿਦਿਆ ਸਿਖਾਉਣੀਆਂ। ਹੁਣ ਦੇਖਿਓ, ਜਿਹੜੇ ਕਹਿੰਦੇ ਰੋਣਾ ਨਹੀਂ ਚਾਹੀਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਿੰਨਾ ਉਹਨਾਂ ਦੇ ਚਰਨਾਂ ਦਾ ਆਨੰਦ ਮਾਣਿਆ ਬਾਬਾ ਬੁੱਢਾ ਜੀ ਨੇ। ਤੇ ਜਦੋਂ ਬਾਬਾ ਬੁੱਢਾ ਜੀ ਸੰਸਾਰ ਤੋਂ ਕੂਚ ਕਰ ਰਹੇ ਹਨ, ਉਦੋਂ ਦੇਖਿਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੰਦਰ ਕਿੰਨਾ ਵਿਰਾਗ ਸੀ। ਆਖਦੇ ਹਨ, ਤੁਸੀਂ ਇਹਨਾਂ ਨੂੰ ਸਾਰੀਆਂ ਵਿਦਿਆ ਦੇਣੀਆਂ। ਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ, ਮੈਂ ਤੇ ਸਿੱਧਾ ਸਾਦਾ ਜੱਟੜੋ, ਮੈਂ ਤੇ ਜੱਟਾਂ ਦਾ ਮੁੰਡਾ ਹਾਂ, ਸਿੱਧਾ ਸਾਦਾ। ਦਾਤਾ ਮੈਨੂੰ ਕੁਝ ਨਹੀਂ ਆਉਂਦਾ, ਮੈਂ ਇਸ ਬਾਲਕ ਨੂੰ ਕੀ ਸਿਖਾ ਦੇਣਾ। ਤੇ ਸ਼ਹਿਨਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ,
ऐसी दुनिया की कोई विद्या नहीं बाबा जी जो तुहाडे कोल नहीं है। क्योंकि याद रखियो असीं आम तौर पर कहने आ कि गुरु अर्जन देव पातशाह तक गुरु साहब शस्त्रधारी नहीं सन। गुरमुखो शस्त्रधारी गुरु नानक साहब भी सन। असीं पढ़दे इतिहास विच ना कि बाबे नानक दे कोल भी डंडा हुंदा सी जदों जाया करदे सी। हुण वो डंडे दा मतलब की है कि डंडे नाल बरछा लग्या सी, छवि लगी सी, नेजा लग्या सी, टकुआ लग्या सी, ये नहीं सानू पता। मैं अज उस पासे नहीं जाना। गुरु नानक साहब का गुरपुरब आ रहा 19 तरीक का अगले महीने, ये मैं आप दे नाल विचार करांगा। पंचम पातशाह भी शस्त्रधारी सन। असी पहला जिक्र कर चुके हाँ जदों विआउण वास्ते गए सी मऊ पिंड ते उन्होंने नेजा मार के जंड का रुख पुट्टिया सी, क्या सी मऊ पिंड दियां जड़ां पुट्टियां गईयां। पर कदे सोचिया ही शस्त्र विद्या कित्थों सीखी? जदों बाबा बुढ़ा का नाम आउंदा सी सोचते हाँ कि बड़ा बिरद ते कुब्बे जे शरीर वाले होणगे बाबा बुढ़ा जी। नहीं गुरमुखो, गुरु अर्जन देव पातशाह ने घोड़सवारी ते शस्त्र विद्या ब्रह्म ज्ञानी बाबा बुढ़ा जी कोलों ही सीखी सी। उन्होंने पता सी बाबा बुढ़ा जी किड्डे उच्च कोटि के जरनैल हैं। अज वर्गे बाबे नहीं सन उस समय। अज तो एडे वड्डे ढिड होंदे आ, अपना आप ही नहीं संभालिया जाता ते गां आउण वाली पीढ़ी नूं की सिखलाई देनी आ। ग्रंथी जिहड़ा उन्होंने संत सिपाही होना चाहिए है। संत वाला बाणा संत भी होवे ते सिपाही वाली सूरमगति सूरबीरता भी होवे, लोड़ पैण ते कौम की अगवाई भी कर सके। सो गुरमुख प्यारिओ, इत्थे गुरु साहब ने जदों आख्या कि बाबा जी ऐसी कोई विद्या ही नहीं दुनिया की जिहड़ी तुहाडे कोल ना होवे, फिर क्या महाराज मैनूं कुछ नहीं आउंदा। ते गुरु अर्जन देव पातशाह ने पता की आख्या, कहंदे तुसीं ओही विद्या पढ़ा दिओ कि बचपन दे विच बुढ़े किवें होईदा। देखो बचपन च बुढ़े 12 साल दे सी जदों गुरु नानक साहब नूं मिले सी। जदों बुढ़ियां वालियां सियाणियां गल्लां कीतियां, कहंदे बचपन विच बुढ़े किवें होईदा, वो विद्या तुसीं हरगोबिंद नूं पढ़ा दिओ। हुण जदों तखत ते बैठे फिर गुरु हरगोबिंद साहब महाराज, पिछले हफ्ते जिक्र किया सी 2 तलवारां धारण करवाइयां। बाबा बुढ़ा जी किरती किड्डे वड्डे सन। जदों अकाल तखत साहब बनाया, गुरु हरगोबिंद साहब बुढ़ा ओ गुरदास बनायो, नह किसी राज हाथ लगायो। होर किसी राज मिस्त्री ने हाथ नहीं लगाया। हुण जिहदी चनाई गुरु हरगोबिंद साहब कर रहे होणगे, इट्टां ब्रह्म ज्ञानी बाबा बुढ़ा जी फड़ा रहे होणगे जां भाई गुरदास जी फड़ा रहे होणगे, ते कोई गारा लिया के फड़ा रहे होणगे। तिन्नां महापुरुषां ने इस अकाल तख्त नूं बनाया, तां ही ये कदे हुकूमतां नूं झुकाउण वास्ते आउंदियां रहियां, पर ये किसी अगे झुकिया नहीं, क्योंकि ये अकाल दा तख्त है। इनू जीवन वाले महापुरुषां ने बनाया है। इनू बाबा बुढ़ा जी, भाई गुरदास जी ते गुरु हरगोबिंद साहब महाराज ने आप बनाया है। कदे फिर सुर सिंह वालियां ने, गुरमुख प्यारियां ने अकाल तख्त साहब दी आप उन्होंने सारा निर्माण किया सी। बाद विच मैं बाबा बुढ़ा जी के इतिहास वाल ही आपनूं लैके चलना है। गुरमुख प्यारिओ, वो भी बड़े चढ़ती कला वाले जीवन सन, सुर वाले सुर सिंह दे मिस्त्री सन, जिन्हां नूं जदों आख्या गया कि अकाल तख्त साहब बनाउणा, जदों अबदाली ने ढाया सी ते उन्हां दे नाल मजदूरी कीती कौम ने, तुहानूं इन्नी मजदूरी देंगे। सारी कौम ने इकट्ठे करके एक बक्सा ट्रंक भर के मोहरां दा पैसिਆਂ दा उन्हां नूं दिता ते उन्हां ने लिजा के अपने घर अपनी घरवाली नूं आखण लगे, ये गुरु रामदास पातशाह दे घर दी इमानत है, इनू सांभ के रखना। और अपनी घरवाली ते अपनी पुत्री नूं आखण लगे, कहंदे तुसां ने भी योगदान पाउणा, तां मैं अकाल तख्त साहब दा निर्माण कर सकदा।
ਮਿਸਤਰੀ ਸੀ ਈਸ਼ਵਰ ਸਿੰਘ ਦੇ। ਕਹਿੰਦੇ ਜੇ ਤੁਸੀਂ ਯੋਗਦਾਨ ਪਾਓਗੇ ਤਾਂ ਮੈਂ ਨਿਰਮਾਣ ਕਰ ਸਕਦਾ। ਕਹਿੰਦੇ ਅਸੀਂ ਕੀ ਸੇਵਾ ਕਰਾਂਗੇ? ਕਹਿੰਦੇ ਤੁਸੀਂ ਮਜ਼ਦੂਰੀ ਕਰੋ ਦੋਨੋਂ। ਤੁਸੀਂ ਮਜ਼ਦੂਰੀ ਕਰਕੇ ਧਨ ਕਮਾ ਕੇ ਲਿਆਓ, ਜਿਹਦੇ ਨਾਲ ਸਾਡੇ ਘਰ ਦਾ ਭੋਜਨ ਦਾ ਖਰਚਾ ਚੱਲ ਸਕੇ। ਇਹ ਜਿਹੜਾ ਟਰੰਕ ਭਰਿਆ ਇਹ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਦੀ ਇਮਾਨਤ ਹੈ, ਇਹਨੂੰ ਆਪਾਂ ਵਰਤਣਾ ਨਹੀਂ ਘਰ ਦੇ ਵਿੱਚ। ਉਹ ਸਾਰਾ ਪੈਸਾ ਟਰੰਕ ਭਰਿਆ ਉਸੇ ਤਰ੍ਹਾਂ ਰੱਖ ਦਿੱਤਾ। ਜਦੋਂ ਅਕਾਲ ਤਖਤ ਸਾਹਿਬ ਦਾ ਨਿਰਮਾਣ ਹੋ ਗਿਆ ਤੇ ਉਹ ਟਰੰਕ ਲਿਆ ਕੇ ਵਾਪਸ ਸੰਗਤਾਂ ਨੂੰ ਕਹਿੰਦੇ ਆ ਮੇਰੇ ਗੁਰੂ ਦੇ ਘਰ ਦੀ ਇਮਾਨਤ ਹੈ, ਇਹਨੂੰ ਰੱਖ ਲਓ ਸਾਧ ਸੰਗਤ ਜੀਓ। ਬੜੇ ਹੈਰਾਨ ਹੋਏ ਸਾਰੇ। ਕਹਿੰਦੇ ਪਹਿਲਾਂ ਤੇ ਲੈ ਵੀ ਗਿਆ ਸੀ ਟਰੰਕ, ਕਾਰਨ ਕੀ ਸੀ? ਕਹਿੰਦੇ ਮੈਂ ਇਸ ਕਰਕੇ ਲੈ ਕੇ ਗਿਆ ਸੀ ਕਿ ਤੁਸੀਂ ਮੇਰੇ ਨਾਲ ਕੋਈ ਢਿੱਲ ਨਾ ਗੁਜ਼ਾਰੋ। ਜਿਵੇਂ ਆਪਾਂ ਮਿਸਤਰੀ ਲਾਇਆ ਹੁੰਦਾ ਘਰ ਵਿੱਚ, ਸਾਰੇ ਉੱਤੇ ਰਹਿੰਦੇ ਆ ਕਿ ਥੋੜ੍ਹੀ ਦੇਰ ਬੈਠਾ, ਛੇਤੀ ਕਰ ਲਾ, ਦਿਹਾੜੀ ਲੈਣੀ, ਤੂੰ ਪੈਸੇ ਲੈਣੇ, ਕੰਮ ਕਰ ਲਾ। ਉਹ ਕਹਿੰਦੇ ਮੈਂ ਤਾਂ ਪੂਰੀ ਮਜ਼ਦੂਰੀ ਤੁਹਾਡੇ ਨਾਲ ਕੀਤੀ ਸੀ ਕਿ ਤੁਸੀਂ ਮੇਰੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਸੇਵਾ ਲੈ ਸਕੋ ਤੇ ਮੈਂ ਉਹਦੇ 'ਚ ਕੋਈ ਢਿੱਲ ਨਾ ਕਰਾਂ। ਨਹੀਂ ਤੇ ਤੁਸਾਂ ਨੇ ਮੈਨੂੰ ਕੰਮ ਕਹਿਣਾ ਹੀ ਨਹੀਂ ਸੀ, ਮੈਂ ਭਾਵੇਂ 10 ਇੱਟਾਂ ਲਾ ਕੇ ਬਹਿ ਜਾਂਦਾ। ਇਸ ਕਰਕੇ ਮੈਂ ਉਸ ਸਮੇਂ ਲੈ ਗਿਆ ਸੀ, ਪਰ ਇਹ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ ਇਮਾਨਤ ਹੈ। ਅੱਜ ਤੇ ਗੋਲਕਾਂ ਤੇ ਚੌਂਕੜੇ ਲਾਈ ਬੈਠੇ ਹਨ, ਐਸੇ ਐਸੇ ਮਸੰਦ ਹਨ। ਇੱਕ ਵਾਰੀ ਪਹਿਲਾਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਉਦੋਂ ਤੇ ਕੱਢਣੇ ਸੌਖੇ ਸੀ ਕਿਉਂਕਿ ਉਦੋਂ ਪਤਾ ਸੀ ਨਰੈਣੂ ਮਹੰਤ ਬੈਠਾ। ਪਰ ਅੱਜ ਤੇ ਸਾਰੇ ਚੋਲਿਆਂ ਵਾਲੇ, ਵੱਡੇ ਵੱਡੇ ਗਾਤਰਿਆਂ ਵਾਲੇ, ਵੱਡੇ ਵੱਡੇ ਸੰਤ ਅਖਾਉਣ ਵਾਲੇ ਅੱਜ ਬੈਠ ਗਏ। ਅੱਜ ਪਛਾਣ ਕਿਵੇਂ ਕਰਾਂਗੇ ਕਿ ਮਸੰਦ ਕਿਹੜੇ ਹਨ ਤੇ ਗੁਰੂ ਕੇ ਸੇਵਕ ਕੌਣ ਹਨ? ਮੈਂ ਅੱਜ ਦੇ ਵਿਸ਼ੇ ਵੱਲ ਤੁਹਾਨੂੰ ਵਾਪਸ ਲੈ ਕੇ ਆਵਾਂ। ਬਾਬਾ ਬੁੱਢਾ ਜੀ ਏਡੇ ਵੱਡੇ ਕਿਰਤੀ ਸਨ, ਏਡੀ ਵੱਡੀ ਨਿਮਰਤਾ ਸੀ ਉਹਨਾਂ ਵਿੱਚ। ਜਦੋਂ ਸਮਾਂ ਆਪਣੀ ਰਫਤਾਰ ਚੱਲਦਾ ਗਿਆ ਤੇ ਭਾਈ ਭਾਨਾ ਜੀ ਆਏ, ਬਾਬਾ ਬੁੱਢਾ ਜੀ ਦੇ ਸਪੁੱਤਰ। ਕਹਿੰਦੇ ਸਤਿਗੁਰੂ ਇਜਾਜ਼ਤ ਹੋਵੇ ਤੇ ਕੁਝ ਸਮੇਂ ਵਾਸਤੇ ਅਸੀਂ ਬਾਪੂ ਦੀ ਸੇਵਾ ਕਰ ਲਈਏ, ਅਸੀਂ ਬਾਪੂ ਨੂੰ ਪਿੰਡ ਲੈ ਜਾਈਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਬਾਬਾ ਜੀਓ ਕੁਝ ਸਮੇਂ ਵਾਸਤੇ ਆਪਣੇ ਪਰਿਵਾਰ ਨੂੰ ਵੀ ਨਿਹਾਲ ਕਰ ਦਿਓ, ਪਰਿਵਾਰ ਚਲੇ ਜਾਓ। ਕਹਿੰਦੇ ਮਹਾਰਾਜ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਦੋਂ ਬਾਬਾ ਜੀ ਗ੍ਰੰਥੀ ਸਿੰਘ ਬਣੇ ਸੀ ਨਾ, ਉਦੋਂ ਉਹਨਾਂ ਦੀ 98 ਸਾਲ ਉਮਰ ਸੀ, 98। ਅੱਜ 98 ਸਾਲ ਦੇ ਬਾਬੇ ਨੂੰ ਦੋ ਬੰਦੇ ਚੁੱਕ ਕੇ ਖੜਾ ਕਰਦੇ ਆ। 98 ਸਾਲ ਉਮਰ ਸੀ। ਅੱਜ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਿਆ ਹੁੰਦਾ 60 ਕੁ ਸਾਲ ਦਾ, ਪਰ ਨਾ ਕਦੇ ਚੌਰ ਸਾਹਿਬ ਦੀ ਸੇਵਾ, ਨਾ ਕਦੇ ਪ੍ਰਕਾਸ਼ ਦੀ ਸੇਵਾ, ਨਾ ਕਦੇ ਸੁਖਾਸਨ ਸਾਹਿਬ ਦੀ ਸੇਵਾ। ਜਥੇਦਾਰ ਨਹੀਂ ਸੇਵਾਦਾਰ ਬਣੀ। ਇਹ ਵੀ ਵਿਸ਼ੇ 'ਤੇ ਇੱਕ ਦਿਨ ਮੈਂ ਆਪ ਦੇ ਨਾਲ ਵਿਚਾਰ ਕਰਾਂਗਾ। ਪਰ ਬਾਬਾ ਬੁੱਢਾ ਜੀ 98 ਸਾਲ ਦੇ ਗ੍ਰੰਥੀ ਕਿਹੋ ਜਿਹੇ ਸੀ? ਸਾਹਿਬ ਬੁੱਢਾ ਆਗੇ ਕੀਨਾ ਤੈ ਪਾਛੈ ਸਤਿਗੁਰ ਸੁਖ ਲੀਨਾ। ਇੱਥੇ ਸਾਹਿਬ ਸ਼ਬਦ ਵਰਤਿਆ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਵਾਸਤੇ। ਉਹਨਾਂ ਨੇ ਬਾਬਾ ਬੁੱਢਾ ਸਾਹਿਬ ਨੂੰ ਅੱਗੇ ਕਰ ਦਿੱਤਾ ਕਿ ਤੁਸੀਂ ਆਪਣੇ ਸਿਰ 'ਤੇ ਸਵਾਰੀ ਚੁੱਕੋ, ਸੀਸ 'ਤੇ ਸਵਾਰੀ ਚੁੱਕ ਕੇ ਤੁਰੇ ਤੇ ਪਿੱਛੇ ਗੁਰੂ ਸਾਹਿਬ ਚੌਰ ਸਾਹਿਬ ਕਰਨ ਲੱਗੇ। ਪਹਿਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਅੱਗੇ ਤੁਰਦੇ ਸੀ, ਬਾਬਾ ਜੀ ਪਿੱਛੇ ਤੁਰਦੇ ਹੁੰਦੇ ਸੀ। ਹੁਣ ਅੱਜ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਅੱਗੇ ਕੀਤਾ, ਆਪ ਪਿੱਛੇ ਚੌਰ ਸਾਹਿਬ ਕਰਨ ਲੱਗ ਪਏ। ਉਸ ਸਮੇਂ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਨਹੀਂ ਸੀ ਮਿਲੀ, ਪਰ ਪੋਥੀ ਪਰਮੇਸ਼ਰ ਕਾ ਥਾਨ ਇਹ ਬਚਨ ਸਤਿਗੁਰ ਨੇ ਕਰ ਦਿੱਤੇ ਸਨ। ਸਤਿਗੁਰ ਆਪ ਭੋਂ ਤੇ ਜ਼ਮੀਨ 'ਤੇ ਸੁੱਤੇ ਸਨ ਰਾਤ ਨੂੰ। ਅੱਜ ਸਾਡੇ ਘਰਾਂ 'ਚ ਅਖੰਡ ਪਾਠ ਸਾਹਿਬ ਹੋਵੇ ਤਾਂ ਵੀ ਡਬਲ ਬੈੱਡ ਲੱਗਿਆ ਹੁੰਦਾ, ਤਾਂ ਵੀ ਕਦੇ ਸੋਚਿਆ ਨਹੀਂ ਕਿ ਜਦੋਂ ਸਤਿਗੁਰ ਮਹਾਰਾਜ ਨੇ ਗ੍ਰੰਥ ਤਿਆਰ ਕਰਵਾਇਆ ਆਪ ਜ਼ਮੀਨ 'ਤੇ ਸੁੱਤੇ ਸੀ। ਭੂਮ ਸੈਨ ਸਭ ਤਹਾਂ ਬਰਾਜੇ, ਗੁਰੂ ਗ੍ਰੰਥ ਮੰਜੀ ਪਰ ਰਾਜੇ। ਪਰ ਜਦੋਂ ਲਿਆ ਕੇ ਗ੍ਰੰਥ ਰੱਖਿਆ ਹਰਿਮੰਦਰ ਸਾਹਿਬ ਤੇ ਬਾਬਾ ਬੁੱਢਾ ਜੀ ਨੇ ਸੋਚਿਆ ਹੋਏਗਾ ਹੁਣ ਗੁਰੂ ਸਾਹਿਬ ਆਪ ਪ੍ਰਕਾਸ਼ ਕਰਨਗੇ। ਫਿਰ ਮੇਰੇ ਸ਼ਹਿਨਸ਼ਾਹ ਨੇ ਸਾਹਿਬ ਸ਼ਬਦ ਵਰਤ ਦਿੱਤਾ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ।
ਹੁਣ ਬੁੱਢਾ ਸਾਹਿਬ ਕਿਹਨੂੰ ਆਖਿਆ? ਬਾਬਾ ਬੁੱਢਾ ਜੀ ਨੂੰ ਸਾਹਿਬ ਆਖਿਆ। ਅਸੀਂ ਕਹਿੰਦੇ ਬਾਬਾ ਇੱਧਰ ਆ ਜਾ, ਪਿੰਡਾਂ 'ਚ ਬੜੇ ਬੁਰੇ ਹਾਲਾਤ ਹਨ। ਪਰ ਪੱਖ ਦੋਨੋਂ ਹੀ ਆ, ਗ੍ਰੰਥੀਆਂ ਦੇ ਵੀ ਬੁਰੇ ਹਾਲਾਤ, ਇਹ 'ਚ ਵੀ ਕੋਈ ਦੋ ਰਾਏ ਨਹੀਂ ਹੈ। ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ, ਆਵਾਜ਼ ਸੁਨੇ ਸਭ ਪੰਥ, ਅਦਬ ਸੰਗ ਗ੍ਰੰਥ ਜਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤਾਲ ਸੁਹਾਵਾ ਤਰਤ ਸੁਹਾਵੀ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ ਸਾਹਿਬ ਆਇਆ ਸੀ। ਗੁਰਮੁਖ ਪਿਆਰਿਓ, ਬਾਬੇ ਬੁੱਢੇ ਨੇ 98 ਸਾਲ ਦੀ ਉਮਰ 'ਚ ਗ੍ਰੰਥੀ ਦੀ ਸੇਵਾ ਸੰਭਾਲੀ ਤੇ ਸੰਗਤ ਕਰਨੀ ਪਤਾ ਕਦੋਂ ਸ਼ੁਰੂ ਕੀਤੀ? 12 ਸਾਲ ਦੀ ਉਮਰ ਵਿੱਚ। 113 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਸੇਵਾ ਵਿੱਚ ਬਤੀਤ ਕੀਤਾ। ਪੰਚਮ ਪਾਤਸ਼ਾਹ ਨੇ ਤੇ ਕਹਿ ਦਿੱਤਾ ਸੀ, ਚਾਰ ਗੁਰ ਸੇਵਾ ਕੀਓ, ਪਾਇਓ ਪਰਮ ਨਿਧਾਨ, ਸੇਵਕ ਕੀਏ ਬਸਤ ਹੈ, ਸ੍ਰੀ ਮੁਖ ਕੀਓ ਬਖਿਆਨ। ਭਾਵ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮੇਰੇ ਤੋਂ ਪਹਿਲਾਂ ਚਾਰ ਗੁਰੂਆਂ ਦੀ ਸੇਵਾ ਬਾਬਾ ਜੀ ਕਰ ਚੁੱਕੇ ਹੋ ਤੁਸੀਂ, ਤੇ ਬਾਅਦ ਵਿੱਚ ਪੰਜਵੇਂ ਗੁਰੂ ਅਰਜਨ ਦੇਵ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਜਾਜ਼ਤ ਦੇ ਦਿੱਤੀ, ਬਾਬਾ ਜੀ ਤੁਸੀਂ ਆਪਣੇ ਪਿੰਡ ਚਲੇ ਜਾਓ। ਮਹਾਰਾਜ ਜਦੋਂ ਮੈਂ ਦਰਸ਼ਨ ਕਰਨੇ ਹੋਣ, ਕਹਿੰਦੇ ਜਦੋਂ ਮਰਜ਼ੀ ਆਓ, ਦਰਵਾਜ਼ੇ ਖੁੱਲ੍ਹੇ। ਬਾਬਾ ਜੀ ਚਲੇ ਗਏ। ਹੁਣ ਬਾਬਾ ਬੁੱਢਾ ਜੀ ਇੱਕ ਦੋ ਵਾਰੀ ਦਰਸ਼ਨਾਂ ਨੂੰ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੇਖਿਆ ਕਿ ਬਾਬਾ ਜੀ ਦਾ ਸਰੀਰ ਬਿਰਧ ਹੋ ਚੁੱਕਿਆ, 113 ਸਾਲ ਦੇ ਹੋ ਗਏ, 125 ਸਾਲ ਦੇ ਹੋ ਗਏ। ਹੁਣ ਇੰਨੀ ਬਿਰਧ ਅਵਸਥਾ 'ਚ ਪੈਦਲ ਚੱਲ ਕੇ ਆਉਂਦੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬੜੀ ਸੁੰਦਰ ਪਾਲਕੀ ਤਿਆਰ ਕਰਵਾਈ। ਦੇਖੋ ਪਾਲਕੀ ਕਿਸ ਵਾਸਤੇ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਵਾਸਤੇ, ਸਿੱਖ ਵਾਸਤੇ ਗੁਰੂ ਪਾਲਕੀ ਤਿਆਰ ਕਰਵਾ ਰਿਹਾ। ਇੱਕ ਆਪਾਂ ਪਿੰਡਾਂ 'ਚ ਨਗਰ ਕੀਰਤਨ ਕੱਢਦੇ ਆ ਨਾ, ਇਹ ਵੀ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤਾ। ਇੱਕ ਅਸੀਂ ਕਾਰ ਸੇਵਾ ਵਾਲੇ ਬਾਬਿਆਂ ਦੀ ਟੋਕਰੀ ਵੇਖਦੇ ਬਾਹਰ ਗੁਰਦੁਆਰੇ ਦੇ ਰੱਖੀ, ਇਹ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ। ਜਦੋਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਤਖਤ ਤੇ ਬੈਠੇ ਤੇ ਲੰਗਰ ਮਸਤਾਨੇ ਸਨ, ਭਾਈ ਗੁਰਦਾਸ ਜੀ ਨੂੰ ਪਤਾ ਲੱਗਿਆ, ਚੱਲ ਕੇ ਆਏ। ਬਿਆਸਾ ਦਰਿਆ ਦੇ ਵਿੱਚ ਹੜ੍ਹ ਚੜ੍ਹਿਆ ਸੀ, ਆਗਰੇ ਸੀ ਭਾਈ ਗੁਰਦਾਸ ਜੀ ਉਸ ਸਮੇਂ। ਜਦੋਂ ਬਿਆਸਾ ਦਰਿਆ 'ਚ ਹੜ੍ਹ ਚੜ੍ਹਿਆ ਸੀ, ਕਿਸ਼ਤੀ ਕੋਈ ਪੈ ਨਹੀਂ ਰਹੀ ਸੀ, ਰਾਤ ਸੀ, ਤੇ ਜਦੋਂ ਆ ਕੇ ਪਹੁੰਚੇ ਨਾ, ਮੋਹਲੇ ਧਰਮੀ ਵਰਦਾ ਸੀ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੁੱਛ ਲਿਆ ਕਿ ਕਿਸ ਤਰ੍ਹਾਂ ਆਏ ਜੇ? ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਮਾ ਜੀ ਲੱਗਦੇ ਸੀ ਭਾਈ ਗੁਰਦਾਸ ਜੀ। ਕਹਿੰਦੇ ਕਿਸ ਤਰ੍ਹਾਂ ਆਏ ਸੇ? ਤੇ ਸਤਿਗੁਰ ਭਾਈ ਗੁਰਦਾਸ ਜੀ ਕਹਿੰਦੇ ਖੇਵਟ ਤੇ ਚੜ੍ਹ ਕੇ ਆਏ ਆ। ਭਾਵ ਕਿ ਹੜ੍ਹ ਆਇਆ ਹੋਇਆ ਬਿਆਸਾ ਦਰਿਆ ਵਿੱਚ, ਕਿਸ਼ਤੀ ਪੈਣੀ ਨਹੀਂ, ਰਾਤ ਕਿਵੇਂ ਆਏ ਜੀ? ਕਹਿੰਦੇ ਸ਼ਬਦ ਰੂਪੀ ਖੇਵਟ ਤੇ ਸਵਾਰ ਹੋ ਕੇ ਆਏ ਆ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾ, ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਭਾਈ ਗੁਰਦਾਸ ਜੀ ਨੂੰ ਪੰਕਤੀਆਂ ਯਾਦ ਆਈਆਂ ਕਿਉਂਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਲਿਖਿਆ ਬਾਅਦ। ਇਹ ਪੰਕਤੀ ਸ਼ਬਦ ਪੜ੍ਹਦੇ ਪੜ੍ਹਦੇ ਬਿਆਸਾ ਦਰਿਆ 'ਚ ਹੜ੍ਹ 'ਚ ਪੈਰ ਪਾ ਦਿੱਤਾ। ਜਿਵੇਂ ਬਰਫ਼ ਦਾ ਪੁਲ ਆਪਾਂ ਵੇਖਦੇ ਹੁੰਦੇ ਹਾਂ ਸ੍ਰੀਨਗਰ ਲੇਹ ਵੱਲ, ਇਸ ਤਰ੍ਹਾਂ ਬਰਫ਼ ਦਾ ਪੁਲ ਜਿਵੇਂ ਵੱਜ ਗਿਆ, ਭਾਈ ਸਾਹਿਬ ਜੀ ਜਲ ਦੇ ਉੱਤੇ ਉੱਤੇ ਲੰਘ ਗਏ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਲੇ। ਅੱਗ ਨਹੀਂ ਸਾੜ ਸਕਦੀ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਪ੍ਰਸ਼ਾਦਾ ਆਇਆ, ਮਿੱਸਾ ਪ੍ਰਸ਼ਾਦਾ, ਤੇ ਭਾਈ ਗੁਰਦਾਸ ਜੀ ਨੇ ਪੁੱਛ ਲਿਆ, ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰਾਂ 'ਤੇ 36 ਕਿਸਮ ਦੇ ਪਦਾਰਥ ਹੁੰਦੇ ਸੀ, ਲੰਗਰ ਕਿਵੇਂ ਮਸਤਾਨੇ ਹੋ ਗਏ? ਤੇ ਗੁਰੂ ਸਾਹਿਬ ਕਹਿੰਦੇ ਆਪਣੀ ਭੈਣ ਜੀ ਨੂੰ ਜਾ ਕੇ ਪੁੱਛ ਲਿਓ, ਆਪਣੀ ਭੈਣ ਨੂੰ ਪੁੱਛ ਲਓ ਜਾ ਕੇ, ਬੀਬੀ ਭਾਨੀ ਨੂੰ। ਜਦੋਂ ਪੁੱਛਿਆ ਜਾ ਕੇ ਤੇ ਬੀਬੀ ਭਾਨੀ ਨੇ ਦੱਸਿਆ, ਵੀਰਨਾ ਵੱਡਾ ਪੁੱਤਰ ਬੜੀ ਵਿਰੋਧਤਾ ਕਰਦਾ ਪ੍ਰਿਥੀਆ, ਪਹਿਲਾਂ ਸਾਰਾ ਚੜਾਵਾ ਉਸੇ ਕੋਲ ਆਉਂਦਾ ਸੀ, ਖਜ਼ਾਨਚੀ ਉਹੀ ਸੀ, ਪਰ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰਤਾ ਗੱਦੀ ਛੋਟੇ ਪੁੱਤਰ ਨੂੰ ਦਿੱਤੀ। ਤੇ ਜਦੋਂ ਦਸਤਾਰਬੰਦੀ ਹੋਈ ਨਾ,
ਤੇ ਪ੍ਰਿਥੀਏ ਨੇ ਆ ਕੇ ਦੌੜ ਕੇ ਪੱਗ ਖੋਲੀ। ਪੱਗ ਵੱਜਣ ਲੱਗੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਤੇ ਪੱਗ ਖੋਹ ਕੇ ਲੈ ਗਿਆ। ਤੇ ਬਾਬਾ ਬੁੱਢਾ ਜੀ ਨੂੰ ਵੀ ਆਖਦਾ, ਤੁਸੀਂ ਤੇ ਜਰਾ ਅਕਲ ਨੂੰ ਹੱਥ ਮਾਰੋ, ਤੁਸੀਂ ਦੇਖੋ ਮੈਨੂੰ, ਤੁਹਾਨੂੰ ਪਤਾ ਮੈਂ ਵੱਡਾ ਪੁੱਤਰ ਹਾਂ, ਇਹ ਮੈਨੂੰ ਮਿਲਣੀ ਚਾਹੀਦੀ ਪੱਗ। ਉਹ ਕਹਿੰਦੇ ਪ੍ਰਿਥੀਆ, ਇਹ ਪੱਗ ਦਾ ਕੋਈ ਮਤਲਬ ਨਹੀਂ, ਕੋਈ ਸਵਾਲ ਨਹੀਂ ਆ। ਇਹ 3-4 ਮੀਟਰ ਭਾਵੇਂ 5 ਮੀਟਰ ਕੱਪੜਾ ਹੈ, ਪਰ ਅਸਲੀ ਪੱਗ ਜਿਹੜੀ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਦੇ ਚੁੱਕੇ ਹਨ। ਰੂਹਾਨੀ ਜਿਹੜਾ ਜੀਵਨ ਸੀ, ਉਹ ਰੂਹਾਨੀ ਪੱਗ ਸੀ ਜਿਹੜੀ ਉਹ ਦੇ ਚੁੱਕੇ ਹਨ ਆਪਣੇ ਪੁੱਤਰ ਨੂੰ। ਇਹ ਛਤਰ ਇਹਨਾਂ ਦੇ ਸੀਸ ਤੇ ਹੀ ਚੱਲਣਾ। ਔਰ ਕਹਿੰਦੇ ਉਹਨੇ ਭੇਟਾ ਸਾਰੀ ਆਉਣੀ ਬੰਦ ਕਰ ਦਿੱਤੀ ਬਾਹਰੋਂ। ਬਾਬਾ ਬੁੱਢਾ ਜੀ ਨੇ ਫਿਰ ਮਾਤਾ ਜੀ ਨਾਲ ਸਲਾਹ ਕਰਕੇ ਬਾਹਰ ਸ਼ਹਿਰ ਨੂੰ ਆਉਣ ਵਾਲੇ ਰਸਤਿਆਂ ਤੇ ਟੋਕਰੀਆਂ ਰੱਖ ਕੇ ਬਹਿ ਗਏ। ਜਦੋਂ ਬਾਹਰੋਂ ਸੰਗਤ ਆਉਣੀ ਤਾਂ ਹੁਣ ਬਾਬਾ ਬੁੱਢਾ ਜੀ ਸਭ ਤੋਂ ਪੁਰਾਣੇ ਸਿੱਖ ਸੀ, ਭਾਈ ਗੁਰਦਾਸ ਜੀ। ਸੰਗਤਾਂ ਵਿਸ਼ਵਾਸ ਹੀ ਬਾਬਾ ਬੁੱਢਾ ਜੀ ਤੇ ਕਰਿਆ ਕਰਦੀਆਂ ਸੀ। ਗ੍ਰੰਥੀ ਕਿਹੋ ਜਿਹਾ ਹੋਣਾ ਚਾਹੀਦਾ? ਸੰਗਤਾਂ ਵਿਸ਼ਵਾਸ ਹੀ ਬਾਬਾ ਬੁੱਢਾ ਜੀ ਤੇ ਕਰਦੇ ਸੀ। ਪਿਛਲੇ ਹਫ਼ਤੇ ਆਪਾਂ ਵਿਚਾਰਿਆ ਸੀ ਨਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਲੱਭਣ ਵਾਸਤੇ ਬਾਬਾ ਬੁੱਢਾ ਜੀ ਕੋਲ ਆਏ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਸੰਨ ਸਾਹਿਬ ਬੈਠ ਗਏ ਤੇ ਲੱਭਣ ਵਾਸਤੇ ਫਿਰ ਬਾਬਾ ਬੁੱਢਾ ਜੀ ਕੋਲ ਸੰਗਤਾਂ ਆਈਆਂ, ਬਾਬਾ ਜੀ ਦੱਸੋ ਗੁਰੂ ਕਿੱਥੇ ਆ? ਬਾਬਾ ਬੁੱਢਾ ਜੀ ਤੇ ਹੀ ਸੰਗਤਾਂ ਵਿਸ਼ਵਾਸ ਕਰਦੀਆਂ ਸੀ। ਸਭ ਤੋਂ ਪੁਰਾਣੇ ਸਿੱਖ ਸਨ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ। ਬਾਬਾ ਬੁੱਢਾ ਜੀ ਨੇ ਟੋਕਰੀਆਂ ਰਖਾ ਦਿੱਤੀਆਂ ਤੇ ਉੱਥੇ ਦੱਸ ਦਿੱਤਾ ਦੇਣਾ ਸੰਗਤ ਨੂੰ ਕਿ ਜਿੰਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਭੇਟਾ ਦੇਣੀ ਗੁਰੂ ਨਾਨਕ ਦੇ ਘਰ, ਉਹ ਐਸੇ ਟੋਕਰੀ 'ਚ ਪਾਓਗੇ ਤਾਂ ਭੇਟਾ ਉੱਥੇ ਪਹੁੰਚੇਗੀ, ਨਹੀਂ ਤੇ ਅੱਗੇ ਤੁਹਾਨੂੰ ਪ੍ਰਿਥੀਏ ਦੇ ਬੰਦੇ ਮਿਲ ਜਾਣਗੇ, ਤੁਹਾਨੂੰ ਪਛਾਣ ਨਹੀਂ ਆਏਗੀ ਕਿ ਆਪਾਂ ਗੁਰੂ ਵਾਲੇ ਕੌਣ ਆ ਤੇ ਇੱਥੇ ਬਹਿਰੂਪੀਏ ਕੌਣ ਆ। ਤੇ ਉਸ ਸਮੇਂ ਤੋਂ ਇਹ ਟੋਕਰੀ ਦੀ ਸ਼ੁਰੂਆਤ ਹੋਈ। ਨਗਰ ਕੀਰਤਨ ਜਿਹੜੇ ਪਿੰਡਾਂ 'ਚ ਨਿਕਲਦੇ ਆ, ਆ ਦੀਵਾਲੀ ਦਾ ਦਿਹਾੜਾ ਆ ਰਿਹਾ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਕਿਲੇ ਕੈਦ ਸਨ, ਉਦੋਂ ਬਾਬਾ ਬੁੱਢਾ ਜੀ ਨੇ ਨਗਰ ਕੀਰਤਨਾਂ ਦੀ ਸ਼ੁਰੂਆਤ ਕੀਤੀ। ਅੱਜ ਗੁਰਮੁਖੋ ਧਰਨੇ ਲਾਉਣ ਦੀ ਲੋੜ ਨਹੀਂ ਆ, ਅੱਜ ਨਗਰ ਕੀਰਤਨਾਂ ਦੀ ਲੋੜ ਹੈ। ਪਰ ਨਗਰ ਕੀਰਤਨ ਇਕੱਲੀ ਫਾਰਮੈਲਿਟੀ ਪੂਰੀ ਕਰਨ ਦੀ ਲੋੜ ਨਹੀਂ ਆ। ਨਗਰ ਕੀਰਤਨ ਕੱਢੋ ਲੰਬੇ ਲੰਬੇ, ਹਰ ਪਿੰਡ ਜਾ ਕੇ ਇੱਕ ਦਿਨ ਦਾ ਸਟੇ ਕਰੋ, ਉੱਥੇ ਦੀਵਾਨ ਲਾ ਕੇ ਗੁਰਦੁਆਰਾ ਸਾਹਿਬ, ਉੱਥੇ ਲੋਕਾਂ ਨੂੰ ਜਾਗਰੂਕ ਕਰੀਏ, ਪ੍ਰਚਾਰ ਕਰੀਏ। ਬਾਬਾ ਬੁੱਢਾ ਜੀ ਨੇ ਕੋਈ ਧਰਨਾ ਥੋੜ੍ਹੀ ਲਾਇਆ ਸੀ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਖਿਲਾਫ ਕੋਈ ਧਰਨਾ ਥੋੜ੍ਹੀ ਲਾਇਆ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਧਰਨਾ ਨਹੀਂ ਲਾਇਆ ਸੀ, 4 ਜੰਗਾਂ ਲੜੀਆਂ। ਗੁਰੂ ਕਲਗੀਧਰ ਪਾਤਸ਼ਾਹ ਨੇ ਧਰਨੇ ਨਹੀਂ ਲਾਏ, 14 ਜੰਗਾਂ ਲੜੀਆਂ। ਉਹ ਪਸ਼ੂ ਬੁੱਧ ਨੂੰ ਕੋਈ ਫਰਕ ਨਹੀਂ ਪੈਣਾ ਤੁਹਾਡੇ ਧਰਨਿਆਂ ਦੇ ਨਾਲ। ਕੋਈ ਰਾਜ ਨਾ ਕਿਸੇ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਗੁਰੂ ਕਲਗੀਧਰ ਪਾਤਸ਼ਾਹ ਨੂੰ ਪੁੱਛੋ ਕਿਤੇ। ਸਤਿਗੁਰ ਕਹਿੰਦੇ ਸ਼ਸਤਰਨ ਕੇ ਅਧੀਨ ਰਾਜ ਹੈ, ਜਿਹੜਾ ਅਸੀਂ ਧਾਰਨ ਕਰਨਾ ਭੁੱਲ ਹੀ ਗਏ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਹਨ, ਰਾਜ ਬਿਨਾ ਨਹਿ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਦਲੇ ਮਲੇ ਜਾਣਗੇ ਧਰਮ ਤੋਂ ਬਿਨਾ। ਅੱਜ ਲੋੜ ਹੈ ਪਿੰਡਾਂ ਪਿੰਡਾਂ ਵਿੱਚ ਸੱਚ ਦਾ ਪ੍ਰਚਾਰ ਕਰਨ ਦੀ। ਅੱਜ ਲੋੜ ਹੈ ਪਿੰਡ ਦਾ ਚੰਗਾ ਸਰਪੰਚ ਚੁਣਨ ਦੀ। ਅੱਜ ਲੋੜ ਹੈ ਚੰਗਾ MLA ਚੁਣਨ ਦੀ, ਚੰਗੀ ਰਾਜਨੀਤੀ ਲਿਆਉਣ ਦੀ। ਅੱਜ ਲੋੜ ਹੈ ਬੱਚਿਆਂ ਨੂੰ ਚੰਗੀਆਂ ਵਧੀਆ ਡਿਗਰੀਆਂ ਕਰਾ ਕੇ IAS IPS ਬਣਾਉਣ ਦੀ, MBBS ਕਰਾ ਕੇ ਵੱਡੇ ਡਾਕਟਰ ਬਣਾਉਣ ਦੀ, ਜਿਹੜਾ ਕੋਈ ਧੋਖੇਬਾਜ਼ ਕਿਸੇ ਗਰੀਬ ਦੀ ਧੋਖੇ ਨਾਲ ਕਿਡਨੀ ਨਾ ਕੱਢ ਲਵੇ। ਇਹੀ ਖਾਲਸਾ ਰਾਜ ਇਸੇ ਨੂੰ ਆਖਿਆ ਜਾਂਦਾ ਹੈ। ਗੁਰਮੁਖੋ, ਇਹ ਨਹੀਂ ਕਿ ਰਾਜਨੀਤਿਕ ਵਾਲਿਆਂ ਦੇ ਪਿੱਛੇ ਲੱਗ ਕੇ ਬਾਹਰ ਖੜੇ ਹੋ ਕੇ 4 ਨਾਅਰੇ ਮਾਰ ਕੇ ਆਪਣੇ ਬੱਚਿਆਂ ਨਾਲ ਜੇਲਾਂ ਨਹੀਂ ਭਰਨੀਆਂ। ਕਿਉਂਕਿ ਅੱਜ ਇੱਕ ਬੱਚਾ ਹੈ, ਉਹ ਜੇਲ੍ਹ ਜਾ ਕੇ ਬਹਿ ਗਿਆ ਤੇ ਬੱਚੇ ਦੀ ਤੇ ਲਾਈਫ ਖਰਾਬ ਹੋ ਗਈ। ਬੱਚਿਆਂ ਨੂੰ ਗੁਰਮਤ ਦੀ ਸੋਝੀ ਦਿਓ, ਚੰਗੇ ਪੜ੍ਹਾਓ ਲਿਖਾਓ, ਉੱਚੀਆਂ ਡਿਗਰੀਆਂ 'ਤੇ ਪਹੁੰਚਾਓ। ਤੇ ਜਦੋਂ ਤੁਹਾਡਾ ਬੱਚਾ ਇੱਕ DC ਬੈਠਾ ਹੋਏਗਾ ਤੇ ਤੁਹਾਡੇ ਭਾ ਦਾ ਤੇ ਉਹ ਜ਼ਿਲ੍ਹੇ ਦਾ ਆਪਣਾ ਹੀ ਰਾਜ ਹੈ ਨਾ। ਜਦੋਂ ਤੁਹਾਡਾ ਬੱਚਾ
एक जरनल बन के बैठा होएगा तो तुहाडा तो अपना ही राज लगेगा ना तुहानू। इस करके राजनीति बाहर दी ओहदे वल ध्यान नहीं देना। बड़ा कूड़ प्रचार हुंदा जे WhatsApp दे उत्ते YouTube दे उत्ते, उहनूं छड्ड करके पॉजिटिव जिहड़ा उहनूं देखना करो। अज बाबा बुढ़ा जी ने की कीता? कोई धरना नहीं लाया, कोई विरोधता नहीं कीती। नगर कीर्तन लैके चौंकी लैके तुरे अमृतसर साहब तो। कोई उस समय मीडिया नहीं, कुछ नहीं सी, ते पिंडां पिंडां में शब्द कीर्तन करते जाना ते पिंड दी संगत नूं दसना कि इन्ने समय तो गुरु हरगोबिंद साहब ग्वालियर किले च कैद हन, उन्हां नूं छड्डिया नहीं जा रहा, रिहा नहीं कीता जा रहा, ते असीं उत्थे तक चले हाँ। असीं उस मिट्टी नूं नकमस्तक होण चले हाँ जिथे मेरे शहनशाह ग्वालियर किले विच हन। ते पिंडां चों वहीर नाल रलदी जानी, काफला वड्डा हुंदा जाना, हुकूमत के कन्नां तक आवाज़ पहुँचनी शुरू हो गई। फिर जाके पुछना भाई हरदास, भाई उत्थे जिहड़ा किले दा किलेदार सी, चंदू दा सांढू सी भाई हरदास, वो बड़ा श्रद्धालु सी गुरु घर दा। भावें चंदू ने कूटनीति नाल गुरु साहब नूं उत्थे भेजिया सी, उन्हें जाके उत्थे बाबा बुढ़ा जी ने पुछना, आई दरवाज़ा जिथों दी मेरे शहनशाह अंदर गए? उन्हें कहना जी इत्थों दी गए सी। उत्थे बाबा बुढ़ा जी ने खड़ के ना शब्द कीर्तन करना, तो फिर उत्थे मत्था टेक के परिक्रमा करके किले दियाँ ते वापस परत के आ जाना। गुरु हरगोबिंद साहब ने कहा सी बाबा बुढ़ा जी नूं, बाबा जी तुहाडी चौंकी अमर रहेगी। किहड़ी चौंकी सी? जदों बाबा बुढ़ा जी बिरध हो गए तो पालकी बना के भेजी, बाबा जी वो हुण तुसीं इस पालकी च बह के आया करो, नाल 5 सिख भेज दिते, ये पालकी चुक के लैके आओ। महाराज मैं पालकी विच? पालकी च ते गुरु की शोभा है, गुरु बैठना चाहिए। कहंदे नहीं, तुसीं बड़ी सेवा कीती गुरु साहिबान दी, तुसीं तुहाडे लई पालकी है। हुण अज जदों बाबा बुढ़ा जी दर्शनां नूं आ रहे सी ना, ते गुरु हरगोबिंद साहब ने घोड़े नूं अड्डी लाई ते अगलवांडी रस्ते च पहुँच गए। हौली जी इशारा कीता सिखां नूं कि दस्सिओ ना बाबा बुढ़ा जी नूं कि गुरु साहब आ गए। जदों जाके मोढा लाउण लगे ना बाबे बुढ़े दी पालकी नूं, देखो गुरु किन्ना प्यार करदा अपने सिख दे नाल। जदों मोढा लाउण लगे ना बाबे बुढ़ा जी दी पालकी नूं, ते बाबा जी ने अंदरों आवाज़ दित्ती, महाराज मैं छाल मार देनी जे पालकी चो, जे तुसीं मोढा लाया ते थले रख दो पालकी। थले रखी। जदों बाबा बुढ़ा जी नूं गुरु हरगोबिंद साहब मिले, दर्शन होए बाबा बुढ़ा जी नूं गुरु हरगोबिंद साहब दे। हुण रिश्ता की सी गुरु हरगोबिंद साहब ते बाबा बुढ़ा जी दा कि एक दिन माता गई सी अरदास कराउण, ते उन्हां दे वाक दे नाल गुरु हरगोबिंद साहब दा जन्म होया सी, प्रकाश होया सी। एक दिन गोदी च चुक के नाम रखिया सी, ये मेरा हरगोबिंद है। एक दिन उंगली पकड़ के चलना सिखाया सी, फिर शस्त्र ते शास्त्र विद्या सिखाई, घोड़सवारी सिखाई। छोटे छोटे हत्थां दे विच कलम घड़के भी बाबा बुढ़ा जी दिया करते सन। पर जदों बाबा बुढ़ा जी नूं पुछया गुरु हरगोबिंद साहब ने, महाराज तुहानूं किवें पता लग्या असीं आ गए? कहंदे तुसीं ते कहा सी पहले जामे च कि बुढ़ा तैथों ओले कदे ना होसी। जे गुरु ग्रंथ साहब दी दोवें समय एक ग्रंथी नितनेम दी सेवा दी हाजरी आप भरदा ना, गुरु प्रतख हर जे मैं वादे ना कहना कि उत्थे गुरु हमेशा हाजिर रहिंदे, वो कदे ग्रंथी तो ओले नहीं हुंदे जिहड़ा 2 समय नितनेम दी आप हाजरी भरदा शरधा दे नाल। ये बड़ी वड्डी रहमत जे गुरु साहब दी। श्री हरगोबिंदपुर साहब गुरुद्वारा दमदमा साहब है ना, मैं हैरान हाँ उत्थे दी संगत तो तकरीबन 35-40 दे करीब बीबियां साडियां भैणां शहर दियां, उन्होंने 2:30-3 बजे गुरुद्वारा साहब आ जाना, तो इन्ने की 40 तो 50 के करीब भाई साहब हैं जिहड़े 3-3:30 तक पहुँच जाते। इधर बीबियां बैठियां, इधर भाई बैठे होंदे।
ਤੇ ਗਿਆਨੀ ਭਾਈ ਮੁਕਮ ਸਿੰਘ ਜਾਂ ਭਾਈ ਰਣਜੀਤ ਸਿੰਘ ਉਹਨਾਂ ਮਹਾਰਾਜ ਦੀ ਤਾਬਿਆ ਬਹਿ ਜਾਣਾ। ਜਿਵੇਂ ਭੈਣੋ ਤੁਸੀਂ ਸੁਖਮਣੀ ਸਾਹਿਬ ਕਰਦੀਆਂ ਉਹਨਾਂ ਇੱਕ ਪੰਕਤੀ ਪਹਿਲਾਂ ਬੋਲੀ ਬਾਕੀ ਸਾਰਿਆਂ, ਇਸ ਤਰ੍ਹਾਂ ਉੱਥੇ ਨਿਤਨੇਮ ਹੁੰਦਾ ਜੀ। 5 ਬਾਣੀਆਂ ਦਾ ਨਿਤਨੇਮ ਸੰਗਤੀ ਰੂਪ 'ਚ ਇਸ ਤਰ੍ਹਾਂ ਹੁੰਦਾ, ਇੱਕ ਪੰਕਤੀ ਗ੍ਰੰਥੀ ਸਿੰਘ ਬੋਲਦਾ, ਬਾਕੀ ਸਾਰੀ ਸੰਗਤ ਪਿੱਛੇ ਬੋਲਦੀ। ਇੰਨਾ ਆਨੰਦ ਆਉਂਦਾ ਸਰਵਣ ਕਰਨ ਦਾ। ਤੇ ਮੈਂ ਕਹਿੰਦਾ ਕਿ ਉਹ ਸੰਗਤ ਤੋਂ ਓਲੇ ਗੁਰੂ ਕਿਵੇਂ ਹੋ ਸਕਦੇ ਜਿਹੜੇ ਇੰਨੀ ਸ਼ਰਧਾ ਦੇ ਨਾਲ ਜਾਪ ਕਰਿਆ ਕਰਦੇ ਹਨ। ਕਿਤੇ ਸਾਨੂੰ ਵੀ ਇਹ ਜਾਚ ਆ ਜਾਵੇ। ਅੱਜ ਕਿੰਨੀਆਂ ਕੁ ਰੂਹਾਂ ਜਿਹੜੇ ਸਵੇਰੇ 5 ਬਾਣੀਆਂ ਦਾ ਜਾਪ ਕਰਦੇ ਹਨ, ਕਿੰਨੀਆਂ ਕੁ ਰੂਹਾਂ ਜਿਹੜੇ ਸੋਚਦੇ ਕਿ 24 ਘੰਟਿਆਂ 'ਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਹਨ। ਸਿੱਖ ਦਾ ਫਰਜ਼ ਬਣਦਾ ਜਿੱਥੇ ਮਰਜ਼ੀ ਗਿਆ ਹੋਵੇ 24 ਘੰਟਿਆਂ 'ਚ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਜ਼ਰੂਰ ਕੀਤੇ ਜਾਣ, ਹੁਕਮਨਾਮਾ ਸਾਹਿਬ ਜ਼ਰੂਰ ਲਿਆ ਜਾਵੇ। ਕਿਉਂਕਿ ਜੇ ਪਿਤਾ ਕੋਲੋਂ ਹੁਕਮ ਹੀ ਨਾ ਲਿਆ ਤਾਂ ਫਿਰ ਕੀ ਫਾਇਦਾ ਗੁਰਮੁਖੋ। ਅਸੀਂ ਤਾਂ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਚੁੱਕੇ ਹਾਂ। ਕਿਤੇ ਨਹੀਂ ਲਿਖਿਆ ਮੱਥਾ ਟੇਕਣ ਦਾ। ਇੱਥੇ ਕੀ ਲਿਖਿਆ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਦਰਸ਼ਨ ਦੀਦਾਰ ਕਰਦੇ ਹਾਂ। ਅਰਦਾਸੀਏ ਕਈ ਵਾਰੀ ਕਹਿ ਦਿੰਦੇ ਦਰਸ਼ਨਦਾਰ ਦਾ ਧਿਆਨ ਧਰ ਕੇ, ਨਹੀਂ। ਸ਼ਬਦ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਸੀਂ ਮੱਥਾ ਟੇਕਿਆ, ਪਰਿਕਰਮਾ ਵੀ ਨਹੀਂ ਕਰਦੇ, ਅਸੀਂ ਚਲੇ ਜਾਂਦੇ ਉਸੇ ਤਰ੍ਹਾਂ ਹੀ। ਬਾਹਰ ਹੁਕਮਨਾਮਾ ਸਾਹਿਬ ਲਿਖਿਆ ਸੀ ਉਹ ਵੀ ਨਹੀਂ ਕਦੀ ਪੜ੍ਹਦੇ। ਤੇ ਇਵੇਂ ਹੋ ਗਿਆ ਜਿਵੇਂ ਤੁਸੀਂ ਆਪਣੇ ਬਾਪੂ ਕੋਲ ਜਾਓ, ਕਮਰੇ ਜਾਓ ਬਾਪੂ ਦੇ, ਮੱਥਾ ਟੇਕੋ, ਨਾ ਕੁਝ ਕਹੋ ਤੇ ਨਾ ਕੁਝ ਸੁਣੋ ਤੇ ਵਾਪਸ ਆ ਜਾਓ, ਤੇ ਉਹ ਦੁਨਿਆਵੀ ਬਾਪੂ ਵੀ ਨਾਰਾਜ਼ ਹੋ ਜਾਏਗਾ। ਅੱਜ ਬਾਬਾ ਬੁੱਢਾ ਜੀ ਨੂੰ ਕਹਿ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਨੇ, ਬਾਬਾ ਜੀ ਹੁਣ ਤੁਸਾਂ ਨਹੀਂ ਆਉਣਾ ਅੰਮ੍ਰਿਤਸਰ, ਤੁਸੀਂ ਸਾਨੂੰ ਸੁਨੇਹਾ ਭੇਜ ਦਿਆ ਕਰੋ, ਹੁਣ ਜ਼ਿਆਦਾ ਸਰੀਰ ਬਿਰਧ ਹੋ ਗਿਆ, ਅਸੀਂ ਆ ਜਾਵਾਂਗੇ। ਅੱਜ ਬਾਬਾ ਬੁੱਢਾ ਜੀ ਨੇ ਸੁਨੇਹਾ ਵੀ ਭੇਜ ਦਿੱਤਾ। ਇੱਕ ਸ਼ਾਹੂਕਾਰ ਆਇਆ, ਜਦੋਂ ਸੰਗਤ ਆਉਂਦੀ ਸੀ ਨਾ ਦਰਸ਼ਨ ਕਰਨ ਗੁਰੂ ਹਰਗੋਬਿੰਦ ਸਾਹਿਬ ਦੇ, ਤੇ ਉਹ ਪੁੱਛਦੇ ਹੁੰਦੇ ਸੀ ਬਾਬਾ ਬੁੱਢਾ ਜੀ ਕਿੱਥੇ ਆ? ਤੇ ਕਹਿੰਦੇ ਬਾਬਾ ਬੁੱਢਾ ਜੀ ਰਮਦਾਸ ਹੈ। ਤੇ ਉਹ ਸੰਗਤ ਫਿਰ ਉੱਥੋਂ ਸਿੱਧੇ ਰਮਦਾਸ ਨੂੰ ਕੂਚ ਕਰਦੇ ਹੁੰਦੇ ਸੀ ਕਿ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ। ਜਦੋਂ ਸੰਗਤ ਗਈ, ਇੱਕ ਸ਼ਾਹੂਕਾਰ ਆਇਆ। ਕਈ ਵਾਰ ਸੰਗਤਾਂ ਨੇ ਪਹਿਲਾਂ ਆਉਂਦਿਆਂ ਕਹਿਣਾ, ਬਾਬਾ ਜਿਨ੍ਹਾਂ ਨੂੰ ਪਤਾ ਸੀ ਰਮਦਾਸ ਰਹਿੰਦੇ, ਉਹਨਾਂ ਪਹਿਲਾਂ ਰਮਦਾਸ ਬਾਬਾ ਬੁੱਢਾ ਜੀ ਦਰਸ਼ਨ ਕਰ ਆਉਣੇ, ਫਿਰ ਅੰਮ੍ਰਿਤਸਰ ਆ ਜਾਣਾ। ਅੱਜ ਇੱਕ ਸ਼ਾਹੂਕਾਰ ਦਰਸ਼ਨ ਕਰਨ ਆਇਆ, ਉਹਨੂੰ ਬਾਬਾ ਬੁੱਢਾ ਜੀ ਕਹਿੰਦੇ ਤੁਸੀਂ ਅੰਮ੍ਰਿਤਸਰ ਚੱਲੇ ਜੇ? ਕਹਿੰਦੇ ਹਾਂਜੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਓ ਮਹਾਰਾਜ ਤੁਹਾਡਾ ਬੁੱਢਾ ਯਾਦ ਕਰਦਾ, ਤੁਹਾਡੇ ਬੁੱਢੇ ਨੇ ਯਾਦ ਕੀਤਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੋ ਸੁਨੇਹਾ ਮਿਲਿਆ ਨਾ, ਸਤਿਗੁਰ ਸਮਝ ਗਏ ਅੰਤਰਜਾਮੀ ਸ਼ਹਿਨਸ਼ਾਹ, ਘੋੜੇ ਤੇ ਚੜ੍ਹ ਪਏ ਸੰਗਤਾਂ ਨਾਲ ਤੇ ਪਹੁੰਚ ਗਏ ਜਾ ਕੇ ਰਮਦਾਸ। ਜਦੋਂ ਜਾ ਕੇ ਪਹੁੰਚੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਹੀ ਸਤਿਕਾਰ ਦੇ ਨਾਲ, ਬਾਬਾ ਬੁੱਢਾ ਜੀ ਤੇ ਬਹੁਤ ਬਿਰਧ ਸੀ, ਜਾ ਕੇ ਜਿਵੇਂ ਮੱਥਾ ਟੇਕੀ ਦਾ ਇਉਂ ਜਾ ਕੇ ਬਾਬਾ ਬੁੱਢਾ ਜੀ ਦਾ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਸਾਰੀਆਂ ਸਿਖਾਈਆਂ ਸੀ, ਤੇ ਉਸਤਾਦ ਤੇ ਬੜੀ ਵੱਡੀ ਅਹਿਮੀਅਤ ਰੱਖਦਾ ਸਾਡੇ ਸਿੱਖ ਪੰਥ ਦੇ ਵਿੱਚ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਆਖਿਆ ਕਿ ਮਹਾਰਾਜ ਸੱਚਖੰਡ ਜਾਣ ਦਾ ਵੇਲਾ ਆ ਗਿਆ, ਤੇ ਅਸੀਂ ਕਿਹਾ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ ਇੱਕ ਵਾਰੀ। ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਬੈਠ ਗਏ। ਸਾਰੀ ਰਾਤ ਬਾਬਾ ਬੁੱਢਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਵਿਚਾਰ ਵਟਾਂਦਰੇ ਕਰਦੇ ਰਹੇ। ਕਦੇ ਆਖਣ ਗੁਰੂ ਹਰਗੋਬਿੰਦ ਸਾਹਿਬ ਕਹਿਣ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜਾ ਸਮਾਂ ਬਤੀਤ ਕੀਤਾ ਬਾਬਾ ਜੀ ਕੋਈ ਉਹ ਵਾਰਤਾ ਸੁਣਾਓ। ਕਦੇ ਕਹਿਣ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨਾਲ ਹੁੰਦੇ ਸੀ ਉਦੋਂ ਦਾ ਸੁਣਾਓ ਕੋਈ ਗੱਲਬਾਤ। ਕਦੇ ਗੁਰੂ ਅਮਰਦਾਸ ਪਾਤਸ਼ਾਹ, ਭਾਵ ਕਿ ਜਿਹੜਾ 113 ਸਾਲ ਦਾ ਸਮਾਂ ਬਤੀਤ ਕੀਤਾ ਸੀ ਨਾ, ਉਹਨੂੰ ਦੁਬਾਰਾ ਦੁਹਰਾਇਆ ਸਾਰੇ ਨੂੰ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ। ਹੁਣ ਬਾਬਾ ਬੁੱਢਾ ਜੀ ਇੱਕਦਮ ਸਤਿਗੁਰਾਂ ਦੇ ਚਰਨਾਂ 'ਚ ਸੀਸ ਰੱਖ ਕੇ
आखदे सतगुरु एक वारी कह दिओ बुढ़िया तैनूं बख्श दिता। इस तरह करदे रात लंघ गई, बार बार कह दिओ बुढ़िया तैनूं बख्श दिता। बड़ा प्यार सी बाबा बुढ़ा जी का गुरु हरगोबिंद साहिब महाराज दे नाल। अमृत वेला हो गया, बाबा जी ने कहा मैनूं इशनान करवा दिओ। संगतां ने इशनान करवाया, ज़्यादा बिरध सन। इशनान करके इस तरह आमने सामने बैठे हुए हैं गुरु हरगोबिंद साहिब महाराज जी ते बाबा बुढ़ा जी। तो बाबा बुढ़ा जी ने फिर कहा सतगुरु एक बारी ते कह दिओ बुढ़िया तैनूं बख्श लिया। देखो किड्डा उच्चा जीवन सी कि 113 साल सेवा करके 6 गुरुआं की सेवा करके तो फिर भी कहते कह दे बुढ़िया तैनूं बख्श लिया। तो गुरमुखो साडा की बनेगा, असीं तो जे गुरु वाले भी नहीं बने, असीं तो जे पंज बाणियां दे नितनेम ही नहीं बने, असीं तो जे रोज़ाना गुरु घर आके नकमस्तक होना भी नहीं शुरू किया। तो गुरु हरगोबिंद साहब ने पता की पुछया बाबा बुढ़ा जी नूं अंत वेले, कहंदे बाबा जी ये दसो सिक्खी किवें कमाई दी आ। हुण हैरानी जी वाली गल नहीं लगती कि गुरु साहब पुछ रहे एक सिख नूं कि ये दसो सिक्खी किवें कमाई दी आ। ते बाबा बुढ़ा जी ने हाथ जोड़ के कहा महाराज मेरी तुच्छ बुद्धि है, मैं एडा समर्थ नहीं हाँ, मैं तुहाडे सवालों का जवाब नहीं जे दे सकता, इन्नी मेरी मत नहीं है मैं तुहाडे सवाल का जवाब देवां। हुण इशारा समझिओ, ये इशारा सी संगत वाल गुरु हरगोबिंद साहब महाराज का कि हुण पुछ लो बाबे बुढ़े नूं सिक्खी किवें कमाई दी आ। गुरु अर्जन देव पातशाह कहंदे ना कोई जन हरस्यों देवै जोर, चरण गहों बकों सुभ रसना दिजे प्राण अकोर। हुण कह ते गुरु साहब रे कोई जोड़ देवे इहदा मतलब सतगुर जुड़े हुए नहीं सी, वो सानू कह रहे जुड़न दा आ तरीका जे। ते इन्नी गल कहिंदे संगत विचों कुछ सेवक खड़े हो के हथ जोड़ के कहंदे बाबा जी ठीक है सानू ते दस दिओ सिक्खी किवें कमाई दी आ। फिर बाबा जी ने दस्या गुरु चरनां च बैठिया करो, भजन बंदगी करया करो, नितनेम पक्का बनाओ, सेवा सिमरन करया करो ते समर्पण की भावना रखा करो, निमरता दे विच रहा करो, ये हौमे जिहड़ी ओह ना आउण दिओ ते सिक्खी इस तरह कमाई जाती है। फिर बाबा बुढ़ा जी ने गुरु हरगोबिंद साहब महाराज नूं कहा महाराज कृपा करो एक बारी मैं तुहानूं जपजी साहब सुणाउणा चाहुंदा हाँ, मेरे कोलों जपजी साहब का पाठ सुनो। असीं कदी आख्या गुरु ग्रंथ साहब नूं कि महाराज मैं तुहानूं जपजी साहब का पाठ सुणाउणा चाहुंदा मेरे कोलों सुनना करो। भाई गोपाला जी ने सुनाया सी गुरु हरगोबिंद साहब नूं जपजी साहब का पाठ, ते गुरु हरगोबिंद साहब ने आख्या उस तरह सुनायो बाबा बुढ़ा जी जिवें गुरु नानक साहब नूं करतारपुर सुणाउंदे हुंदे सी। अज शुरू किया बाबा बुढ़ा जी ने जपजी साहब का पाठ। इक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। देखो गुरु हरगोबिंद साहब महाराज जपजी साहब शुरू करन तो पहले जो बाबा बुढ़ा जी बार बार कहते सी ना कह दे बुढ़िया तैनूं बख्श लिया, तो गुरु हरगोबिंद साहब ने इको ही फिर बचन किया सी गुरु नानक जिन सुनिया पेखिया से फिर गुरबास न परियारे। कहते जिन्ने गुरु नानक नूं सुन लिया, जिन्ने गुरु नानक नूं देख लिया, वो फिर गर्भ जूनिया च बाबा जी नहीं पै सकदा। हुण बाबे बुढ़े नूं वध गुरु नानक नूं किन्ने देखिया, पहली पातशाही तो लैके 6वीं पातशाही तक, फिर ग्रंथी लागे फिर शब्द के रूप में भी बाबे ने गुरु नानक साहब नूं देखिया। एक नेही दात आपस ते जो पाईए नानक सा करमात साहब तुठै जे मिले। फिर बाबा जी ने यह बचन कह के जपजी साहब शुरू किया। जपजी साहब की जदों संपूर्णता होनी सी ना,
जदों पंक्ति आई ना, जिन्नी नाम ध्याया गए मसक्कत घाल, नानक ते मुख उजले केती छुट्टी नाल। बाबा जी दे नाल ही हथ जुड़ गए ते एकदम सिर झुकदा झुकदा गुरु हरगोबिंद साहब की गोदी च आ गया। ते गुरु हरगोबिंद साहब ने इस तरह दोनों हथ बाबा बुढ़ा जी दे सीस ते रख के छाती ना ला के ते नाल ही आख्या, साध संगत जी वधाई होवे। 3 वारी क्या, वधाई होवे, वधाई होवे, वधाई होवे। संगत हैरान हो गई, वधाई किस गल दी? कहंदे बाबा बुढ़ा जी सिੱਖੀ कमा गए हैं। बाबा बुढ़ा जी सचखंड जा पहुँचे हैं। शरीर इस तरह बाबा बुढ़ा जी ने अंतिम समय 5 भूतक शरीर नूं त्यागया। 2-3 मिनट समाप्ति, समा तो कुछ ज़्यादा ही हो चुकिया। फिर गुरु हरगोबिंद साहब महाराज ने आप बाबा बुढ़ा जी नूं इशनान करवाया। इशनान करवा के फिर जदों अर्थी तैयार होई ते भाई भाना जी जिथे लगे, होर सिख लगे, उथे गुरु हरगोबिंद साहब महाराज ने बाबा बुढ़ा जी दी अर्थी नूं मोढा आप लाया ते नाले आखदे, बाबा बुढ़ा जी ने पालकी नूं मोढा ते नहीं सी लाउण दिता मैनूं, ते हुण बाबे बुढ़े दी अर्थी नूं मैनूं मोढा ला लैण दो। इस बाबे बुढ़े दी अरदास दे नाल मेरा प्रकाश होया सी। इस बाबे बुढ़े ने मेरा नाम रखिया सी। इस बाबे बुढ़े ने मैनू कलमा घड़ घड़ के दित्तियां सी। इस बाबे बुढ़े ने मैनू फट्टी ते एक ओंकार लिखना सिखाया सी। इस बाबे बुढ़े ने मैनू घोड़ सवारी सिखाई। इसे बाबे बुढ़े ने मैनू 2 तलवारां पहनाइयां। इसे बाबे बुढ़े ने ऐसी शस्त्र विद्या सिखाई जिहदे नाल मैं 4 जंगां दे विच दुश्मन दे छक्के छड़ा सकिया, जिहदे करके अज मैं लखां जरनैल तैयार कर सकिया। इसे बाबे बुढ़े दी देन है। हुण जदों चिखा चिनी गुरु हरगोबिंद साहब ने आप लकड़ां चिनियां ते हुण वेखो की होया। जदों चुक के चिखा दे उत्ते देह रखनी सी ना बाबे बुढ़े दी, चिखा उपर जब धरी साहिब बुढ़े दे, चिखा ते दे बाबे बुढ़े दी गुरु हरगोबिंद साहब ने चुक के आप धरी। क्योंकि गुरु हरगोबिंद साहब वड जोधे सन, बहु परोपकारी सन। बाबा बुढ़ा दी दे गुरु हरगोबिंद साहब ने आप चुक के चिखा दे उत्ते रखी। चिखा उपर जब धरी साहिब बुढ़े दे, हर गोबिंद साहब दे नैण ते चलियो नीर असने। असी कहने कट्टड़ सिख कई बार असी कहने कि रोना मनमत है, रोना गुरमत नहीं है, रोना नहीं चाहिदा। हुण इत्थे की कवांगे कि मनमत सी। इत्थे गुरु हरगोबिंद साहब महाराज भाई भाने ने अग्नि भेंट की, पर जदों चिथा दे उत्ते दे धरी ते गुरु हरगोबिंद साहब दे नेत्रां चों विराग दा नीर वग तुरिया। हुण गुरमुखो, जिस बापू ने बच्चे नूं उंगल फड़ के चलना सिखाया होवे, भावें वो जिड्डा मर्जी बिरध होवे, पर नेत्र छलकने सुभावक हन। इन्ने ज़्यादा कट्टड़ ना हो जाइए, किसी दे घर कोई जवान मौत हो जावे तां भी असी कहने फलाना लो जी रोंदा है। वैराग करना, विरलाप करना, कीरने पाने वो मना हन गुरमत दे अंदर। जिवें पुरातन समय की करदियां सी बीबियां, किसी दे घर मौत होनी ते 1-2 माता पिंड च बड़ियां मशहूर हुंदियां सी, कहना फलानी नूं बुला लो, नूं रोना आउंदा। रोना आउंदा मतलब नेत्रां चों कोई जल नहीं सी हुंदा, कोई अंदर हिरदे च विराग नहीं सी हुंदा, सिर्फ जिवें गाउणा आउंदा इवें वो रोना आउंदा हुंदा सी। हेकां ला ला के वैण पाई जाने, वे तू चला गया वे, हुण असीं की करांगे। ये मना है गुरमत दे अंदर
बाकी जे घर का कोई जी चला जाता तो विराग आना सुभाविक है। जदों बाबा बुढ़ा जी का आपां जीवन पढ़ते हैं ना कि जदों बाबा बुढ़ा जी की चिथा ते दे रखी गई, चिखा ऊपर जब धरी साहिब बुढ़े दे, हर गोबिंद साहिब दे नैण ते चलियो नीर असने, वो भी असने प्यार का जड़ा नीर सी वो चल पिया। सो बाबा बुढ़ा जी का कल दे दिहाड़े प्रकाश दिहाड़ा सी। सतगुरु कृपा करन किते बाबा बुढ़ा जी दे पाए पूरनिया ते चल सकीए। अरदास करया करिए महाराज कृपा करन। मैं तो यही आखदा हुन्ना सवेरे शाम जदों महाराज की हजूरी जाना ना कि सतगुरु आपने बड़ी रहमत की, बड़ा ही तरस किया है। ब्रह्म ज्ञानी बाबा बुढ़ा जी वाली जगह ते तरस करके बिठाया, किते कृपा करो उस बाबे बुढ़े वाले कुछ गुण भी इन्हां निमाणियां दी झोली च पा दिओ। किते बाबा बुढ़ा साहिब वर्गा ओहो जे ही बन ते नहीं सकते, पर सतगुर आप जी समर्थ हो। खल मूर्ख ते पंडित करबो, पंडित ते मगदारी, भिखारी ते राज करावे, राजा ते भिखारी। आप जी समर्थ हो, कृपा करो बाबा बुढ़ा जी वर्गे गुण साडे निमाणियां दी झोली भी पा दिओ, झोलियां भर दिओ। ये हर सिख नूं अरदास करनी चाहिदी है। सतगुरु कृपा करन। इन्ने क बचन करदे होए समाप्ति है। कोई बचन वध घट बोलिया गया होवे, गुरु रूप साध संगत ते श्री गुरु ग्रंथ साहिब जी महाराज बख्शण योग हन। गुरमुखो इसे हफ्ते ईद का दिहाड़ा भी लंघिया है। मैं एक बचन अंत विच कह दवां, कई वीर कह दिंदे ईद असीं मनाउणी है। मैं कहना हुन्ना शराबियां कोलों भी असीं कोई सिक्ख्या लै सकते हैं। की सिक्ख्या? जे पॉजिटिव सोच होवेगी ना तो हर एक दरख्त कोलों भी सिक्ख्या जाता है। जदों असीं रिलीजियस टीचर बनते ना आर्मी तो एक पंचवटी करके जगह उत्थे साडा एक टूर हुंदा ते सानू इस तरह वड्डा जिहा दरख्त उहदे सामने जाके खलियार दिता लैणा दे विच, कहंदे अद्धा घंटा दरख्त नाल गल्लां करियो, उस तो बाद दस्सिओ दरख्त ने तुहानू की आखिया। इहदा मतलब की सी कि पॉजिटिव सोच की हुंदी आ। फिर कहंदे ठीक है हुण इह बिल्डिंग दा चक्कर ला के आओ। तो जदों चक्कर ला के आए ना तो साडी वारी आई, सानू पुछया गया कि रस्ते च एक मधुमक्खी का बड़ा वड्डा छज्जा लग्या सी, डूमना जिन्हों कहने, उहदे नाल तुसीं गल कीती कोई? असीं कहा हाँ जी उन्होंने गल्लां कीतियां। कहंदे की कहंदियां सी? मैं आख्या वो कहंदियां साडे वल जरा देखो, असीं किन्नी मेहनत करके फुल्लां तो मिठास लिया के अमृत वर्गा मिठा शहद बना के इकट्ठा करदियां, तुहानू असीं अमृत वर्गा मिठा शहद प्रदान करदे, तुसीं साडे तो इन्नी नफरत करदे हो, दूर दूर होके लंघदे हो, असीं फिर भी तुहानू अमृत वर्गा मिठा शहद जिहड़ा ये प्रदान करदियां। इसे तरह जे तुहाडे तो ये सारा संसार नफरत भी करे ना, तुसीं फिर भी मिठास वंडनी। ये उन्हां मक्खियां ने सुनेहा दिता। सतगुरु जी दे बचन हन बैराड़ी राग दे विच, हर जन राम नाम गुण गावै, जे कोई निंद करे हर जन की, अपना गुण ना गवावे। आ सामने निम दा रोखे दे सामने खड़े हो जाओ, ये भी कहणगे देखो मैं अपने उपर किड्डे वड्डे वड्डे टाहण लद्दी खड़ा हाँ, और मेरे हे उपर आके जानवर बैठते हो गंदगी भी फैलाउंदे आ, ते फिर भी दरख्त जिहड़े मिठा फ्रूट भी दिंदे आ, आए गए नूं छां भी प्रदान करदे। वड्डा जिहा पहाड़ पता की आखदा, वो पहाड़ कहंदा मेरे कोलों जीवन जीवना सिख, मेरे ते नेरियां झक्खड़ कई को झुलदे आ, हड़ भी आउंदे मैं फिर अडोल खड़ा रहना, कदे डोलदा नहीं। तुसी जे इस मार्ग ते चलन लगे हो ना, इत्थे कई पासों नेरियां झक्खड़ झुलणगे। कोई आके कहेगा ज्ञानी जी ने ते रमाला ही सही नहीं सी लाया, कोई आके कहेगा अज देग सही नहीं सी बनी, कोई आके कह देगा अज दाल सब्जी च नमक सही नहीं सी, अज सवेरे प्रकाश टाइम ना नहीं होया। इस करके डोलना नहीं, अडोल रहना है।
इसे हफ्ते ईद का दिहाड़ा लंघिया है तो मैं आखदा हुन्ना मैनू ईद मनाउण नूं कहोगे मैं वो भी मनावांगा। एक शराबी नूं पुछिए शराब क्यों पीना, वो कहंदा मैं छड्ड देनी आ। अज क्यों पीती आ, कहंदा अज भरा दे घर मुंडा होया तां पीती आ। फिर पुछिए अज क्यों पीती आ, अज कहंदा फलाने रिश्तेदार दा विआह सी तां पीती आ। एक दिन वो शराबी दे प्यो की मौत हो गई, शराबी हो के पिया पुछया अज क्यों पीती, अज तो प्यो मरिया तेरा, कहंदा अज मैं दुख विच पीती, दुख भुलाउण वास्ते पीती है। भाव के पीण का बहाना खुशी च भी पी लैनी, गमी च भी पी लैनी। सानू तो बहाना चाहिए गुरु गुरु जपण का। तुसी कहो अज ईद का प्रोग्राम कर लो बाबा जी, तो मैं तुहानू ईद विच आओगे गुरुद्वारे तो मैं तां भी दसांगा इत्थे बाबा फरीद जी बैठे, उन्हां दा आप देश है। असी तो गुरु की गल ही करनी, असी तो हर जस ही गाउणा। वैसे ईद का उपदेश बड़ा वधिया जे। ईद का पता उपदेश की है कि ईद का सिद्धांत है कि ईद के दिन मस्जिद तुसी जे जाना ना, जिन्हें दूसरे परिवार का कतल भी किया होएगा उन्होंने 4 बार गले मिलोगे तां अल्लाह की खुशी मिलेगी, नहीं तो अल्लाह की खुशी नहीं मिलेगी। भाव के दुश्मनी नूं खत्म करन दा त्यौहार है। जिहड़े रोजे रखदे ना मुसलमान भाई, साडे फौज विच वरत ते रोज़िਆਂ का मतलब होर हो जाता, साडियां बीबियां भैणां रखदे उन्हां दा मतलब कुछ होर हो जाता। वो मतलब ये सी उन्हां मुसलमान भाइयों का कि जिन्ना खाना मैं दिन च खाना मैं तोल के राशन पासे कर देना। उन्हां अज पूरा दिन मैं छकना नहीं तो सारा दिन भुखा रहना, तो मैनू एहसास होना जिन्हों गरीब नूं अज रोटी नहीं मिलती उहदी आत्मा किवें तड़फदी होएगी। तो सवेरे भोजन मैं किसी गरीब नूं छका देना। पर इत्थे की आ, इत्थे जिन्हें रोज़ा रखिया, जिन्हें वर्त रखिया, जिहड़ा पाईया खांदा सी उन्हें शाम नूं 1.5 किलो खाण तक जाना कि अज मेरा वर्त है, फ्रूट भी भेज दो, आ भी भेज दो। तो असल च धर्म के सिद्धांत जिहड़े ये हन, सतगुरु कृपा करन। इन्ने बचन करते हुए समाप्ति। कोई बचन वध घट बोलिया गया होवे गुरु रूप साध संगत ते श्री गुरु ग्रंथ साहिब जी महाराज बख्शण जोग हन। ब्रह्म ज्ञानी बाबा बुढ़ा जी के प्रकाश पुरब दी ते गुरु रामदास पातशाह के प्रकाश पुरब दियां लख लख वधाइयां। बुलाओ फतेह जी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। बिलावल महला पंजवा, ताती वाओ न लगई, पार ब्रह्म